ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਅਸੀਂ ਜੋ ਵਿਸ਼ਾ ਸਿਰਲੇਖ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ, ਉਸ ਵਿਸ਼ੇ ਦਾ ਨਾਮ ਹੈ, ਉਸ ਸਿਰਲੇਖ ਦਾ ਨਾਮ ਹੈ ਬੁੱਧੀ, ਜਿਸ ਨੂੰ ਅਸੀਂ ਮੱਤ ਵੀ ਕਹਿ ਦਿੰਦੇ ਹਾਂ। ਸੋ ਆਓ ਜਾਣਨ ਦਾ ਨਿਮਾਣਾ ਜਿਹਾ ਯਤਨ ਕਰੀਏ। ਵਿਵੇਕ ਪਿੱਛੇ ਲਿਖਿਆ ਗਿਆ ਹੈ ਤੇ ਹੁਣ ਉਸ ਦਾ ਟੱਬਰ ਅੱਗੇ ਲਿਖਿਆ ਜਾਂਦਾ ਹੈ, ਜਿਸ ਨਾਲ ਸਾਰੇ ਹੀ ਦੁਨੀਆ ਦੇ ਕੰਮ ਚੱਲ ਰਹੇ ਹਨ ਤੇ ਹਰ ਇੱਕ ਆਦਮੀ ਕੰਮ ਕਰਦਾ ਫਿਰਦਾ ਹੈ। ਇਸ ਦਾ ਨਾਮ ਹੈ ਬੁੱਧੀ। ਬਿਨਾਂ ਬੁੱਧੀ ਤੋਂ ਕੋਈ ਕੰਮ ਵੀ ਨਹੀਂ ਹੋ ਸਕਦਾ। ਜਿਸ ਆਦਮੀ ਦੀ ਬੁੱਧੀ ਭੈੜੀ ਹੈ, ਉਹ ਰਾਤ ਦਿਨੇ ਭੈੜੇ ਕੰਮਾਂ ਦੇ ਕਾਰਨ ਪਰ ਤਤਪਰ ਹੋਇਆ ਰਹਿੰਦਾ ਹੈ ਤੇ ਭਲੇ ਬੁਰੇ ਦੀ ਕੋਈ ਵਿਚਾਰ ਨਹੀਂ ਕਰਦਾ। ਜੈਸੇ ਸੋਰਠ ਰਾਗ ਵਿੱਚ ਪਹਿਲੇ ਪਾਤਸ਼ਾਹ 598 ਅੰਗ ਤੇ ਫਰਮਾਉਂਦੇ ਹਨ, ਸਰ ਅਪ ਸਰ ਕੀ ਸਾਰ ਨ ਜਾਣੈ, ਫਿਰ ਕੀਚ ਬੁਢਾਹੀ ਜੀਓ। ਭਲੇ ਬੁਰੇ ਦੀ ਸਮਝ ਇੱਕ ਪਾਸੇ ਛੱਡ ਕੇ ਸਦਾ ਹੀ ਅਪਵਿੱਤਰ ਕੰਮਾਂ ਵਿੱਚ ਰੁੱਝਾ ਰਹਿੰਦਾ ਹੈ ਤੇ ਇਸ ਤਰ੍ਹਾਂ ਸ੍ਰੇਸ਼ਟ ਬੁੱਧੀ ਦੀ ਪ੍ਰਾਪਤੀ ਤੋਂ ਬਿਨਾਂ ਆਪਣੀ ਆਯੂ ਨੂੰ ਬਤੀਤ ਕਰਕੇ ਅਧੋਗਤੀ ਨੂੰ ਪਾਉਂਦਾ ਹੈ। ਤੇ ਦੂਜੇ ਪਾਸੇ ਜਿਸ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਸ੍ਰੇਸ਼ਟ ਬੁੱਧੀ ਪ੍ਰਾਪਤ ਹੋਈ ਹੈ, ਉਹ ਪੁਰਸ਼ ਹਮੇਸ਼ਾ ਹੀ ਸਾਧ ਸੰਗਤ ਵਿੱਚ ਜਾਂਦਾ ਹੈ ਤੇ ਬੜੇ ਪ੍ਰੇਮ ਨਾਲ ਹਰੀ ਜਸ ਨੂੰ ਸਰਵਣ ਕਰਦਾ ਹੈ ਤੇ ਸੁਣ ਕੇ ਮਨ ਵਿੱਚ ਧਾਰਨ ਕਰਦਾ ਹੈ। ਭਾਵੇਂ ਇਸ ਮਤ ਬੁੱਧੀ ਦੇ ਬਣੇ ਹੋਏ ਅਨੇਕਾਂ ਹੀ ਕੰਮ ਦੁਨੀਆ ਵਿੱਚ ਪ੍ਰਵਿਰਤ ਹਨ, ਜੈਸਾ ਕਿ ਤਾਰ ਵਾਰਲਸ, ਬਿਨਾਂ ਤਾਰ ਤੋਂ ਖਬਰ ਪਹੁੰਚਾਉਣ ਵਾਲਾ ਯੰਤਰ, ਰੇਲ ਦਾ ਇੰਜਨ, ਮੋਟਰ, ਹਵਾਈ ਜਹਾਜ਼ ਤੇ ਜ਼ਮੀਨ ਵਿੱਚੋਂ ਮਿੱਟੀ ਦਾ ਤੇਲ ਕੱਢਣ ਵਾਲੇ ਇੰਜਣ, ਇੱਕ ਬੂਟੇ ਤੋਂ ਰੇਸ਼ਮ ਪੈਦਾ ਕਰਨ ਦਾ ਤਰੀਕਾ, ਆਤਮ ਵਿਦਿਆ, ਪਦਾਰਥ ਵਿਦਿਆ, ਹੋਰ ਅਨੇਕ ਪ੍ਰਕਾਰ ਦੀਆਂ ਮਸ਼ੀਨਾਂ ਤੇ ਕੰਮ ਸਭ ਬੁੱਧੀ ਦੀਆਂ ਹੀ ਕਾਢਾਂ ਹਨ ਤੇ ਹਰ ਇੱਕ ਚੀਜ਼ ਨੂੰ ਬੁੱਧੀ ਹੀ ਕਰ ਤੇ ਜਾਣ ਸਕਦੀ ਹੈ। ਪਰੰਤੂ ਜੋ ਬੁੱਧੀ ਆਤਮ ਵਿਦਿਆ ਹਰੀ ਨਾਮ ਨੂੰ ਜਪਦੀ ਹੈ, ਉਹ ਹੀ ਸਭ ਤੋਂ ਸ੍ਰੇਸ਼ਟ ਹੈ ਤੇ ਇਸੀ ਵਾਸਤੇ ਸ੍ਰੇਸ਼ਟ ਬੁੱਧੀ ਨੂੰ ਪ੍ਰਾਪਤ ਕਰਨ ਦੀ ਹਰ ਇੱਕ ਜੀਵ ਨੂੰ ਲੋੜ ਹੈ ਤੇ ਇਸੀ ਵਾਸਤੇ ਸ੍ਰੇਸ਼ਟ ਬੁੱਧੀ ਦੀ ਪ੍ਰਾਪਤੀ ਕਰ ਲਈ ਗੁਰੂ ਜੀ ਨਿਰੰਕਾਰ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਤਰੀਕਾ ਮਾਝ ਰਾਗ ਵਿੱਚ ਪੰਚਮ ਪਾਤਸ਼ਾਹ ਪਾਵਨ ਅੰਗ 100 ਤੇ ਇਉਂ ਦੱਸਦੇ ਹਨ, ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ, ਸਾ ਮਤ ਦੀਜੈ ਜਿਤ ਤੁਧ ਧਿਆਈ। ਗੁਰੂ ਅੰਗਦ ਦੇਵ ਜੀ ਦੱਸਦੇ ਹਨ, ਸ੍ਰੇਸ਼ਟ ਬੁੱਧੀ ਦੀ ਪ੍ਰਾਪਤੀ ਸ੍ਰੇਸ਼ਟ ਪੁਰਸ਼ਾਂ ਜੋ ਕਿ ਇਸ ਆਤਮ ਵਿਦਿਆ ਦੇ ਗਿਆਤਾ ਹਨ, ਉਹਨਾਂ ਦੀ ਸੰਗਤ ਕਰਨ ਕਰਕੇ ਹੁੰਦੀ ਹੈ, ਕਿਉਂਕਿ ਉਥੇ ਪਾਪ ਪੁੰਨ, ਬਲੇ ਭਲੇ ਬੁਰੇ ਦੀ ਵਿਚਾਰ ਹੁੰਦੀ ਹੈ ਤੇ ਕੂੜ ਦੀ ਰਾਸ ਘਟਦੀ ਹੈ ਤੇ ਸੱਚ ਦੀ ਹਿਰਦੇ ਵਿੱਚ ਪ੍ਰਾਪਤੀ ਹੁੰਦੀ ਹੈ। ਜਿਵੇਂ ਵਾਰ ਮਾਝ ਵਿੱਚ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਦਾ ਇਹ ਪਾਵਨ ਸ਼ਬਦ, ਪਾਵਨ ਅੰਗ 146 ਤੇ ਫਰਮਾਨ ਹੈ, ਸੁਭਾਏਮਾਨ ਹੈ, ਸਤੀ ਪਹਿਰੀ ਸਤ ਭਲਾ, ਬਹੀਐ ਪੜਿਆਂ ਪਾਸ, ਉਥੈ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ। ਅਤੇ ਗੁਰੂ ਜੀ ਹੋਰ ਜਗ੍ਹਾ ਇਉਂ ਦੱਸਦੇ ਹਨ ਕਿ ਪੜ੍ਹ ਕੇ ਲੋਭ ਕਰਨਾ ਠੀਕ ਨਹੀਂ ਹੈ, ਜਿਸ ਦੇ ਵਿੱਚ ਇਹ ਗੁਣ ਲਾਭਦਾਇਕ ਗੁਣ ਹਨ, ਉਸੇ ਪੜ੍ਹੇ ਹੋਏ ਨੂੰ ਗੁਰੂ ਜੀ ਵਾਰ ਮਾਝ ਪਹਿਲੇ ਪਾਤਸ਼ਾਹ
ਪਾਵਨ ਅੰਗ 140 ਤੇ ਇਉਂ ਦੱਸਦੇ ਹਨ। ਪੜਿਆ ਮੂਰਖ ਆਖੀਐ, ਜਿਸ ਲੱਭ ਲੋਭ ਅਹੰਕਾਰਾ। ਸੋ ਜੀਵ ਨੂੰ ਚਾਹੀਦਾ ਕਿ ਅਸ੍ਰੇਸ਼ਟਤਾ ਨੂੰ ਛੱਡ ਕੇ ਸ੍ਰੇਸ਼ਟ ਬੁੱਧੀ ਪ੍ਰਾਪਤ ਕਰੇ। ਸਗੋਂ ਮਹਾਰਾਜ ਜੀ ਦੇ ਇਸ ਹੁਕਮ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੇ, ਜੋ ਗੌੜੀ ਮਹੱਲਾ ਪੰਜਵਾ ਪਾਵਨ ਅੰਗ 198 ਤੇ ਸੁਭਾਏਮਾਨ ਹੈ। ਸਾ ਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਬੀਰ। ਅੱਗੇ ਫਿਰ ਗੌੜੀ ਪੂਰਬੀ 52 ਅੱਖਰੀ ਵਿੱਚ ਕਬੀਰ ਸਾਹਿਬ ਜੀ ਦਾ ਵੀ ਸ਼ਬਦ ਹੈ। 340 ਪਾਵਨ ਅੰਗ ਤੇ ਮਨ ਸਮਝਾਵਨ ਕਾਰਨੇ, ਕਛੁਅਕ ਪੜ੍ਹੀਐ ਗਿਆਨ। ਫਿਰ ਗੁਰੂ ਜੀ ਉੱਪਰਲੀ ਤੁਕ ਅਨੁਸਾਰ ਗਿਆਨ ਦੀ ਪ੍ਰਾਪਤੀ ਕਰਨ ਲਈ ਬੁੱਧੀ ਨੂੰ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜਨ ਲਈ ਐਉਂ ਹੁਕਮ ਦਿੰਦੇ ਹਨ ਤੇ ਦੱਸਦੇ ਹਨ ਕਿ ਇਸ ਪ੍ਰਕਾਰ ਬੇਨਤੀ ਕਰੇ, ਜੋ ਕਿ ਗੌੜੀ ਪੂਰਬੀ ਰਵਿਦਾਸ ਜੀਓ ਪਾਵਨ ਅੰਗ 346 ਤੇ ਸੁਭਾਏਮਾਨ ਹੈ। ਰਵਿਦਾਸ ਜੀ ਫਰਮਾਰੇ ਹਨ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਬਦੇਸ ਨਾ ਬੂਝ। ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨ ਸੂਝ। ਸਗਲ ਭਵਨ ਕੇ ਨਾਇਕਾ, ਇਕ ਛਿਨ ਦਰਸ ਦਿਖਾਏ ਜੀ ਰਹਾਉ। ਮਲਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨ ਜਾਏ। ਕਰਹੁ ਕਿਰਪਾ ਭ੍ਰਮ ਚੂਕਈ, ਮੈਂ ਸੁਮਤ ਦੇਹੁ ਸਮਝਾਏ। ਸੋ ਇਸ ਪ੍ਰਕਾਰ ਬੇਨਤੀ ਕਰਦਿਆਂ ਹੋਇਆਂ ਸ਼ੁਭ ਬੁੱਧੀ ਦੁਆਰਾ ਵਿਚਾਰ ਕਰਨੀ ਹੀ ਠੀਕ ਹੈ। ਆਸਾ ਰਾਗ ਵਿੱਚ ਪਹਿਲੇ ਪਾਤਸ਼ਾਹ ਜੀ 346 ਪਾਵਨ ਅੰਗ ਤੇ ਫਰਮਾਉਂਦੇ ਹਨ, ਵਿਦਿਆ ਵਿਚਾਰੀ ਤਾਂ ਪਾਰੇ ਉਪਕਾਰੀ। ਸੋ ਸ੍ਰੇਸ਼ਟ ਬੁੱਧੀ ਪਾ ਕੇ ਸਦਾ ਪਰਉਪਕਾਰ ਕਰੇ ਤੇ ਮੂੰਹੋਂ ਇਹੋ ਹੀ ਤੁਕ ਪੜਦਾ ਹੋਇਆ ਬੇਨਤੀ ਕਰੇ, ਜੋ ਕਿ ਮਾਝ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦਾ ਇਹ ਫਰਮਾਇਆ ਹੋਇਆ ਸ਼ਬਦ ਹੈ, ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ, ਸਾ ਮਤ ਦੀਜੈ ਜਿਤ ਤੁਧ ਧਿਆਈ। ਬਸ ਇਹਨਾਂ ਗੁਣਾਂ ਨੂੰ ਧਾਰਨ ਕਰਨ ਵਾਲੀ ਮਤ ਬੁੱਧੀ ਸ੍ਰੇਸ਼ਟ ਕਹਾਉਂਦੀ ਹੈ ਤੇ ਸ੍ਰੇਸ਼ਟ ਪੁਣਾ ਪ੍ਰਾਪਤ ਕਰਦੀ ਹੋਈ ਜੀਵ ਦੀ ਬਿਰਤੀ ਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਕੇ ਅਭੇਦ ਕਰ ਦਿੰਦੀ ਹੈ। ਤਾਂ ਤੇ ਜੀਵ ਨੂੰ ਚਾਹੀਦਾ ਕਿ ਖੋਟੀ ਚਤੁਰਾਈ, ਚਤੁਰਾਈ ਨਾ ਚਤੁਰ ਭੁਜ ਪਾਈਐ। ਗੌੜੀ ਕਬੀਰ ਜੀ ਇਸ ਨੂੰ ਤਿਆਗ ਕੇ ਸ੍ਰੇਸ਼ਟ ਚਤੁਰਾਈ, ਸ੍ਰੇਸ਼ਟ ਬੁੱਧੀ ਨੂੰ ਹਿਰਦੇ ਵਿੱਚ ਸੰਗ੍ਰਹਿ ਕਰੇ। ਇਹ ਸ੍ਰੇਸ਼ਟ ਬੁੱਧੀ ਹੀ ਵਿਵੇਕ ਨੂੰ ਦਿਲ ਵਿੱਚ ਪੈਦਾ ਕਰਦੀ ਹੈ ਤੇ ਦੋ ਤੋਂ ਇੱਕ ਰੂਪ ਕਰ ਦਿੰਦੀ ਹੈ। ਇਸ ਸਿਰਲੇਖ ਦੇ ਵੀ ਸਮਾਪਤੀ ਤੇ ਗਿਆਨੀ ਜੀ ਭਗਤ ਜੀ ਇੱਕ ਕਵਿਤ ਲਿਖਦੇ ਹਨ। ਬੜਾ ਪਿਆਰਾ ਕਵਿਤ ਹੈ। ਆਓ ਸਾਰੀ ਸੰਗਤ ਨੇ ਰਲ ਮਿਲ ਕੇ ਧਿਆਨ ਦੇਣਾ। ਭਗਤ ਜੀ ਫਰਮਾਉਂਦੇ ਹਨ, ਬਿਨਾ ਬੁੱਧ ਸੁਧ ਨਾਹੀ ਆਪਣੇ ਸਰੀਰ ਸੰਧੀ। ਬਿਨਾ ਬੁੱਧ ਚੱਲਦੇ ਨਾ ਘਰ ਦੇ ਵਿਹਾਰ ਜੀ। ਬਿਨਾ ਬੁੱਧ ਵਿਦਿਆ ਨਾ ਪੜਨ ਦਾ ਗਿਆਨ ਹੋਵੇ। ਬਿਨਾ ਬੁੱਧ ਚੱਲਦੇ ਨਾ ਵਾਰ ਲੈ ਸਤਾਰ ਜੀ। ਬਿਨਾ ਬੁੱਧ ਇੰਜਨ ਨਾ ਮੋਟਰਾਂ ਬਣਾਏ ਸਕੇ। ਬਿਨਾ ਬੁੱਧ ਹੋਂਵਦੀ ਨਾ ਸ੍ਰੇਸ਼ਟ ਵਿਚਾਰ ਜੀ। ਤਾਂ ਤੇ ਦੁਨਿਆਵੀ ਬੁੱਧ ਸਿੱਖੀਏ ਧਿਆਨ ਕਰ। ਤਾਂ ਤੇ ਦੁਨਿਆਵੀ ਬੁੱਧ ਸਿੱਖੀਏ ਧਿਆਨ ਕਰ। ਪਰੰਤੂ ਭਗਤ ਸਿੱਖ ਆਤਮਾ ਵਿਚਾਰ ਜੀ। ਪਰੰਤੂ ਭਗਤ ਸਿੱਖ ਆਤਮਾ ਵਿਚਾਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।